BA ਭਾਗ ਪਹਿਲਾ ਦੇ ਪੰਜਾਬੀ ਸਾਹਿਤ ਦੇ ਵਿਦਿਆਰਥੀਓ, ਅੱਜ ਆਪਾਂ ਆਪਣੇ ਪਾਠਕ੍ਰਮ ਵਿੱਚ ਆਪਣੇ ਸਿਲੇਬਸ ਦੇ ਵਿੱਚ ਪੇਸ਼ ਹੋਈ ਕਿਤਾਬ ਆਧੁਨਿਕ ਪੰਜਾਬੀ ਕਵਿਤਾ ਵਿੱਚ ਸ਼ਾਮਲ ਕਵਿੱਤਰੀ ਅੰਮ੍ਰਿਤਾ ਪ੍ਰੀਤਮ ਬਾਰੇ ਗੱਲ ਕਰਦੇ ਹਾਂ। ਅੰਮ੍ਰਿਤਾ ਪ੍ਰੀਤਮ ਦਾ ਜਨਮ 1919 ਈਸਵੀ ਨੂੰ ਪਿੰਡ ਗੁਜਰਾਂਵਾਲਾ ਵਿੱਚ ਪਿਤਾ ਸਰਦਾਰ ਕਰਤਾਰ ਸਿੰਘ ਹਿਤਕਾਰੀ ਦੇ ਘਰ ਹੁੰਦਾ ਹੈ। ਅੰਮ੍ਰਿਤਾ ਪ੍ਰੀਤਮ ਨੂੰ ਬਚਪਨ ਤੋਂ ਹੀ ਸਾਹਿਤ, ਨ੍ਰਿਤ, ਸੰਗੀਤ ਅਤੇ ਕਲਾਵਾਂ ਦਾ ਸ਼ੌਕ ਸੀਗਾ। ਘਰ ਦਾ ਸਾਰਾ ਮਾਹੌਲ ਧਾਰਮਿਕ ਸੀਗਾ, ਕਿਉਂਕਿ ਉਹਨਾਂ ਦੇ ਪਿਤਾ ਸੀਗੇ ਜਿਹੜੇ ਗਿਆਨੀ ਕਰਤਾਰ ਸਿੰਘ ਹਿਤਕਾਰੀ ਸਿੱਖ ਧਰਮ ਦੇ ਪ੍ਰਚਾਰਕ ਅਤੇ ਸਾਹਿਤਕਾਰ ਸਨ। ਸਿੱਖ ਧਰਮ ਦੇ ਪ੍ਰਤੀ ਉਹਨਾਂ ਦੇ ਫਾਦਰ ਦਾ ਇੱਕ ਖਾਸ ਲਗਾਅ ਸੀਗਾ ਔਰ ਸਿੱਖ ਧਰਮ ਦੇ ਲਈ ਉਹ ਕੰਮ ਕਰ ਰਹੇ ਸੀਗੇ, ਉਹਨਾਂ ਦੇ ਪ੍ਰਚਾਰ ਦੇ ਲਈ। ਔਰ ਉਹਨਾਂ ਦੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੀ ਉਹਦੀ ਵਿਆਖਿਆ ਵੀ ਉਹ ਕਰਦੇ ਸੀਗੇ। ਅੰਮ੍ਰਿਤਾ ਪ੍ਰੀਤਮ ਦੇ ਉੱਪਰ ਇਹ ਵਿਰਸੇ ਦਾ ਕਿਤੇ ਨਾ ਕਿਤੇ ਪ੍ਰਭਾਵ ਰਿਹਾ। ਸ਼ੁਰੂ ਦੇ ਵਿੱਚ ਉਹਨਾਂ ਨੂੰ ਇੱਕ ਤਾਂ ਸਾਹਿਤ ਲਿਖਣ ਦੀ ਪ੍ਰੇਰਨਾ ਮਿਲੀ, ਦੂਸਰਾ ਉਹਨਾਂ ਨੇ ਪਿਤਾ ਦੇ ਪ੍ਰਭਾਵ ਅਧੀਨ ਥੋੜ੍ਹੀ ਜਿਹੀ ਸ਼ੁਰੂ ਦੀ ਜਿਹੜੀ ਕਵਿਤਾ ਸੀਗੀ ਉਹ ਰਵਾਇਤੀ ਕਿਸਮ ਦੀ ਕਵਿਤਾ ਲਿਖੀ, ਧਾਰਮਿਕ ਕਵਿਤਾ ਲਿਖੀ। ਉਹਨਾਂ ਨੇ ਲਾਹੌਰ ਰੇਡੀਓ ਸਟੇਸ਼ਨ ਦੇ ਉੱਪਰ ਵੀ ਜੌਬ ਕੀਤੀ। ਇੱਥੋਂ ਇੱਕ ਉਹਨਾਂ ਨੂੰ ਐਕਸਪੀਰੀਅੰਸ ਮਿਲਿਆ, ਇੱਕ ਤਜਰਬਾ ਮਿਲਿਆ, ਅਤੇ ਬਾਅਦ ਦੇ ਵਿੱਚ ਇਹ ਐਕਸਪੀਰੀਅੰਸ ਅੱਗੇ ਜਾ ਕੇ ਕੰਮ ਆਇਆ ਅਤੇ ਦਿੱਲੀ ਰੇਡੀਓ ਸਟੇਸ਼ਨ ਦੇ ਉੱਪਰ ਵੀ ਉਹ ਪ੍ਰੋਡਿਊਸਰ ਦੀ ਭੂਮਿਕਾ ਨਿਭਾਉਂਦੇ ਨੇ। ਅੰਮ੍ਰਿਤਾ ਪ੍ਰੀਤਮ 11 ਸਾਲ ਦੀ ਉਮਰ ਦੇ ਵਿੱਚ ਹੀ ਹੁੰਦੀ ਹੈ ਜਦੋਂ ਉਦੋਂ ਉਹਨਾਂ ਦੇ ਮਾਤਾ ਜੀ ਉਹਨਾਂ ਤੋਂ ਦੂਰ ਚਲੇ ਜਾਂਦੇ ਆ। ਉਹਨਾਂ ਦੀ ਮੌਤ ਹੋ ਜਾਂਦੀ ਹੈ ਅਤੇ ਮਾਂ ਤੋਂ ਬਗੈਰ ਇੱਕ ਧੀ ਦਾ ਪਾਲਣ ਪੋਸ਼ਣ ਹੈ ਜਿਹੜਾ ਉਹ ਕਿਸ ਤਰ੍ਹਾਂ ਨਾਲ ਹੁੰਦਾ ਉਹ ਸਾਨੂੰ ਪਤਾ ਹੀ ਹੈ। ਔਰ ਉਹਦਾ ਪ੍ਰਭਾਵ ਜ਼ਿੰਦਗੀ ਦੇ ਵਿੱਚ ਅੰਮ੍ਰਿਤਾ ਪ੍ਰੀਤਮ ਦੇ ਉੱਪਰ ਕਿਤੇ ਨਾ ਕਿਤੇ ਪਿਆ ਔਰ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਮਾਂ ਪਿਆਰ ਤੋਂ ਵਾਂਝਾ ਰਹਿਣਾ ਪਿਆ। ਔਰ ਦੂਸਰੇ ਪਾਸੇ ਘਰੇਲੂ ਜ਼ਿੰਮੇਵਾਰੀਆਂ ਵੀ ਉਹਨਾਂ ਦੇ ਉੱਪਰ ਮਾਂ ਦੀ ਮੌਤ ਕਰਕੇ ਆ ਪਈਆਂ ਸੀਗੀਆਂ। ਅੰਮ੍ਰਿਤਾ ਪ੍ਰੀਤਮ ਨੇ ਇਸ ਇਕੱਲੇਪਨ ਨੂੰ ਤੋੜਨ ਦੇ ਲਈ ਨਾ ਫਿਰ ਕਿਤੇ ਨਾ ਕਿਤੇ ਲਿਖਣਾ ਸ਼ੁਰੂ ਕਰ ਲਿਆ। ਉਹ ਲਿਖਣ 1935 ਈਸਵੀ ਦੇ ਵਿੱਚ ਉਹਨਾਂ ਦੀ ਪਹਿਲੀ ਕਾਵਿ ਪੁਸਤਕ ਠੰਡੀਆਂ ਕਿਰਨਾਂ ਛਪਦੀ ਹੈ ਅਤੇ ਇਹ ਉਹਨਾਂ ਦੇ ਸਾਹਿਤਕ ਜੀਵਨ ਦਾ ਆਰੰਭ ਸੀਗਾ। 1936 ਈਸਵੀ ਦੇ ਵਿੱਚ ਉਹਨਾਂ ਦਾ ਜਿਹੜਾ ਵਿਆਹ ਹੈਗਾ ਉਹ ਪ੍ਰੀਤਮ ਸਿੰਘ ਕਵਾਤੜਾ ਨਾਲ ਹੁੰਦਾ ਹੈ, ਜਿਹੜਾ ਕਿ ਅਨਾਰਕਲੀ ਬਾਜ਼ਾਰ ਲਾਹੌਰ ਵਿੱਚ ਇੱਕ ਦੁਕਾਨਦਾਰੀ ਦਾ ਕੰਮ ਕਰਦੇ ਸੀ, ਬਿਜ਼ਨਸਮੈਨ ਸੀਗੇ। ਅੰਮ੍ਰਿਤਾ ਦੇ ਘਰ ਬੇਟਾ ਨਵਰਾਜ ਅਤੇ ਬੇਟੀ ਕੰਦਲਾ ਜਨਮ ਲੈਂਦੇ ਆ। ਅੰਮ੍ਰਿਤਾ ਪ੍ਰੀਤਮ ਛੇਤੀ ਹੀ ਇਹਨਾਂ ਬਲਗਰਾਂ ਤੋਂ ਦੂਰ ਜਾ ਕੇ ਇੱਕ ਸਾਹਿਤਕਾਰ ਦੇ ਤੌਰ ਦੇ ਉੱਪਰ ਸਾਹਮਣੇ ਆਉਂਦੀ ਹੈ ਔਰ ਇਹ ਸਾਹਿਤਕਾਰ ਆਪਣੇ ਪੰਜਾਬੀ ਦੇ ਵਿੱਚ ਹੀ ਨਹੀਂ, ਭਾਰਤ ਦੇ ਵਿੱਚ ਹੀ ਨਹੀਂ, ਸਮੁੱਚੇ ਦੁਨੀਆ ਦੇ ਵਿੱਚ ਇਹਨਾਂ ਦਾ ਨਾਂ ਲਿਆ ਜਾਂਦਾ ਬੜੇ ਮਾਣ ਨਾਲ, ਬੜੇ ਸਤਿਕਾਰ ਨਾਲ, ਕਿਉਂਕਿ ਇਹਨਾਂ ਨੇ ਔਰਤ ਦੀ ਆਵਾਜ਼ ਨੂੰ ਪਹਿਲੀ ਵਾਰੀ ਪੰਜਾਬੀ ਸਾਹਿਤ ਦੇ ਵਿੱਚ ਔਰਤ ਦੇ ਤਰਫੋਂ ਪੇਸ਼ ਕੀਤਾ। ਇਸ ਤੋਂ ਪਹਿਲਾਂ ਪੰਜਾਬੀ ਸਾਹਿਤ ਦੇ ਵਿੱਚ ਔਰਤ ਜਿਹੜੇ ਰਾਈਟਰ ਹੈਗੇ ਆ ਉਹ ਨਹੀਂ ਮਿਲਦੇ ਔਰ ਪਹਿਲੀ ਵਾਰੀ ਅੰਮ੍ਰਿਤਾ ਪ੍ਰੀਤਮ ਪੰਜਾਬੀ ਸਾਹਿਤ ਦੇ ਵਿੱਚ ਇੱਕ ਔਰਤ ਰਾਈਟਰ ਦੇ ਤੌਰ 'ਤੇ ਸਾਹਮਣੇ ਆਉਂਦੀ ਹੈ ਔਰ ਔਰਤ ਦੀਆਂ ਭਾਵਨਾਵਾਂ, ਔਰਤ ਦੀਆਂ ਜਿਹੜੇ ਲੋੜਾਂ ਹੁੰਦੀਆਂ ਜਾਂ ਔਰਤ ਦੇ ਜਿਹੜੇ ਦੁੱਖ ਦਰਦ ਔਰਤ ਦੇ ਨਜ਼ਰੀਏ ਤੋਂ ਪੇਸ਼ ਕਰਦੀ ਹੈ। ਕਿਤੇ ਨਾ ਕਿਤੇ ਉਹਦੀ ਕਵਿਤਾ ਦੇ ਵਿੱਚ ਪਹਿਲੀ ਵਾਰ ਪੰਜਾਬੀ ਸਾਹਿਤ ਦੇ ਵਿੱਚ ਨਾਰੀਵਾਦ ਦੀ ਸ਼ੁਰੂਆਤ ਵੀ ਹੁੰਦੀ ਹੈ। ਔਰਤ ਦੀਆਂ ਸਮੱਸਿਆਵਾਂ, ਔਰਤ ਕਿਸ ਨਜ਼ਰੀਏ ਤੋਂ ਲੜੇ, ਔਰਤ ਆਪਣੇ ਹੱਕਾਂ ਨੂੰ ਪ੍ਰਾਪਤ ਕਿਵੇਂ ਕਰੇ, ਔਰਤ ਦੀਆਂ ਸਮੱਸਿਆਵਾਂ ਕਿਹੜੀਆਂ ਕਿਹੜੀਆਂ ਅਤੇ ਉਹਨਾਂ ਸਮੱਸਿਆਵਾਂ ਦੇ ਨਾਲ ਉਹ ਕਿਸ ਤਰ੍ਹਾਂ ਲੜ ਕੇ ਉਹਨਾਂ ਆਪਣੇ ਹੱਕਾਂ ਨੂੰ ਪ੍ਰਾਪਤ ਕਰ ਸਕਦੀ ਹੈ। ਇਹਨਾਂ ਬਾਰੇ ਉਹਨੇ ਕਿਤੇ ਨਾ ਕਿਤੇ ਗੱਲ ਕੀਤੀ ਹੈ ਆਪਣੇ ਇਸ ਕਵਿਤਾ ਦੇ ਵਿੱਚ ਵੀ, ਜਿਹੜੇ ਹੈਗੇ ਆ ਦੂਸਰੇ ਸਾਹਿਤਕ ਰੂਪਾਂ ਦੇ ਵਿੱਚ ਵੀ। ਉਹਨੇ ਕਵਿਤਾ ਤੋਂ ਇਲਾਵਾ ਨਾਵਲ ਵੀ ਲਿਖੇ ਹੈ, ਕਹਾਣੀਆਂ ਵੀ ਲਿਖੀਆਂ ਹੈ, ਵਾਰਤਕ ਵੀ ਲਿਖੀ ਹੈ। 31 ਅਕਤੂਬਰ 2005 ਈਸਵੀ ਨੂੰ ਨਵੀਂ ਦਿੱਲੀ ਵਿੱਚ 86 ਸਾਲ ਦੀ ਉਮਰ ਦੇ ਵਿੱਚ ਅੰਮ੍ਰਿਤਾ ਪ੍ਰੀਤਮ ਇਸ ਦੁਨੀਆ ਨੂੰ ਅਲਵਿਦਾ ਕਹੇ ਜਾਂਦੇ ਆ। ਅੰਮ੍ਰਿਤਾ ਪ੍ਰੀਤਮ ਨੇ ਨਾਵਲ, ਕਹਾਣੀ, ਲੋਚਨਾ ਅਤੇ ਅਨੁਵਾਦ ਦੇ ਖੇਤਰ ਵਿੱਚ ਬਹੁਮਾਤਰੀ ਰਚਨਾਵਾਂ ਦਿੱਤੀਆਂ। ਬਹੁਮਾਤਰੀ ਤੋਂ ਬਾਅਦ ਬਹੁਤ ਸਾਰੀਆਂ ਰਚਨਾਵਾਂ ਹਰ ਇੱਕ ਖੇਤਰ ਦੇ ਵਿੱਚ, ਸਾਹਿਤ ਦੇ ਹਰੇਕ ਰੂਪ ਦੇ ਵਿੱਚ ਉਹਨਾਂ ਨੇ ਵੱਧ ਤੋਂ ਵੱਧ ਰਚਨਾਵਾਂ ਜਿਹੜੀਆਂ ਉਹ ਲਿਖੀਆਂ ਔਰ ਉਹ ਪ੍ਰਸਿੱਧ ਵੀ ਹੋਈਆਂ ਸਾਰੀਆਂ। ਪਰ ਉਹਨਾਂ ਦੀ ਜਿਹੜੀ ਖਾਸ ਪ੍ਰਸਿੱਧੀ ਸੀ ਨਾ ਉਹ ਇੱਕ ਕਵਿੱਤਰੀ ਕਰਕੇ ਹੋਈ ਸੀਗੀ। ਕਵਿੱਤਰੀ ਕਰਕੇ ਹੀ ਉਹਨਾਂ ਨੂੰ ਜਾਣਿਆ ਜਾਂਦਾ। ਜਿਹੜੇ ਨਾਮ ਸੁਨਾਮ ਮਿਲੇ ਸੀਗੇ ਜਾਂ ਜਿਹੜੀਆਂ ਉਹਨਾਂ ਨੂੰ ਅਵਾਰਡ ਮਿਲੇ ਸੀਗੇ, ਸਾਹਿਤ ਅਕਾਡਮੀ ਦਾ ਨਾਮ ਵੀ ਮਿਲਿਆ ਸੀਗਾ ਉਹਨਾਂ ਨੂੰ ਗਿਆਨਪੀਠ ਅਵਾਰਡ ਵੀ ਮਿਲਿਆ। ਗਿਆਨਪੀਠ ਅਵਾਰਡ 2 ਪੰਜਾਬੀ ਰਾਈਟਰਾਂ ਨੂੰ ਮਿਲਿਆ, ਇੱਕ ਅੰਮ੍ਰਿਤਾ ਪ੍ਰੀਤਮ, ਇੱਕ ਗੁਰਦਿਆਲ ਸਿੰਘ ਨੂੰ। ਅੰਮ੍ਰਿਤਾ ਪ੍ਰੀਤਮ ਨੂੰ ਸਭ ਤੋਂ ਪਹਿਲਾਂ ਸਾਹਿਤ ਗਿਆਨਪੀਠ ਅਵਾਰਡ ਜਿਹੜਾ ਭਾਰਤ ਸਰਕਾਰ ਦਾ ਸਭ ਤੋਂ ਵੱਡਾ ਸਾਹਿਤ ਦੇ ਖੇਤਰ ਦੇ ਵਿੱਚ ਇਨਾਮ ਦਿੱਤਾ ਜਾਂਦਾ ਉਹ ਅੰਮ੍ਰਿਤਾ ਪ੍ਰੀਤਮ ਨੂੰ ਮਿਲ ਚੁੱਕਾ ਹੈ। ਔਰ ਇਸ ਤੋਂ ਇਲਾਵਾ ਉਹ ਇੱਕ ਸਾਂਸਦ ਵੀ ਰਹੇ ਆ। ਉਹਨਾਂ ਨੂੰ ਕਲਾ ਦੇ ਖੇਤਰ ਦੇ ਵਿੱਚ ਜਿਹੜੀਆਂ ਉਹਦੀਆਂ ਪ੍ਰਾਪਤੀਆਂ ਸੀ ਉਹਨਾਂ ਕਰਕੇ ਉਹਨਾਂ ਨੂੰ ਨਾ ਕਿਤੇ ਭਾਰਤ ਸਰਕਾਰ ਨੇ ਇੱਕ ਮਾਣ ਦਿੱਤਾ ਸੀਗਾ। ਉਹਨਾਂ ਨੂੰ ਜਿਹੜਾ ਸੀਗਾ ਰਾਜ ਸਭਾ ਦੀ ਮੈਂਬਰੀ ਦਿੱਤੀ ਗਈ ਸੀਗੀ। ਅੰਮ੍ਰਿਤਾ ਪ੍ਰੀਤਮ ਦੀ ਜਿਹੜੀ ਪ੍ਰਸਿੱਧੀ ਕਵਿਤਾਵਾਂ ਕਰਕੇ ਜਿਵੇਂ ਆਪਾਂ ਕਹਿੰਦੇ ਹੋਈ ਹੈਗੀ। ਔਰ ਸ਼ੁਰੂ ਦੇ ਵਿੱਚ ਉਹਨਾਂ ਦੀ ਕਵਿਤਾ ਦੇ ਵਿੱਚ
ਜਿਹੜਾ ਰਵਾਇਤੀ ਪਿਆਰ ਤੇ ਭਾਵਾਂ ਦਾ ਪ੍ਰਗਟਾਵਾ ਹੁੰਦਾ। ਉਸ ਤੋਂ ਪਿੱਛੋਂ ਹਰ ਸਮੇਂ ਦੇ ਪਾਠਕਾਂ ਤੋਂ ਪ੍ਰਵਾਨਗੀ ਵੀ ਪ੍ਰਾਪਤ ਹੁੰਦੀ ਰਹੀ ਹੈ ਉਹਨਾਂ ਨੂੰ, ਉਹਨਾਂ ਦੀ ਕਵਿਤਾ ਦੇ ਵਿੱਚ। ਉਹਨਾਂ ਦੀ ਕਵਿਤਾ ਦੇ ਵਿਸ਼ੇ ਬਦਲਦੇ ਰਹੇ ਹੈ। ਪੰਜਾਬ ਦੀ ਹਰਮਨ ਪਿਆਰੀ ਕਵਿਤਰੀ ਵਜੋਂ ਉਹ ਪ੍ਰਸਿੱਧ ਰਹੇ ਹੈ। ਇਸੇ ਲਈ ਉਸਨੂੰ ਪੰਜਾਬ ਦੀ ਆਵਾਜ਼ ਵੀ ਕਿਹਾ ਜਾਂਦਾ ਹੈ। 1935 ਈਸਵੀ ਤੋਂ ਲੈ ਕੇ 2004 ਈਸਵੀ ਤੱਕ ਉਹਨਾਂ ਨੇ ਹੇਠ ਲਿਖੇ ਕਾਵਿ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤੇ। ਉਹਨਾਂ ਦੀ ਕਾਵਿ ਰਚਨਾਵਾਂ ਦਾ ਵੇਰਵਾ ਦੇਖੋ, ਧਿਆਨ ਨਾਲ ਦੇਖ ਲਓ ਕਿਹੜੇ ਕਿਹੜੇ ਹੈਗੀਆਂ। ਪਹਿਲੀ ਕਾਵਿ ਰਚਨਾ ਸੀ, ਕਾਵਿ ਸੰਗ੍ਰਹਿ ਸੀ ਉਹਨਾਂ ਦਾ ਠੰਡੀਆਂ ਕਿਰਨਾਂ, ਅੰਮ੍ਰਿਤ ਲਹਿਰਾਂ, ਫੇਰ ਉਸ ਤੋਂ ਅੱਗੇ ਜਿਉਂਦਾ ਜੀਵਨ, ਤਰੇਲ ਧੋਤੇ ਫੁੱਲ, ਉਹ ਗੀਤਾਂ ਵਾਲਿਆ, ਬੱਦਲਾਂ ਦੇ ਪੱਲੇ ਵਿੱਚ, ਸਾਂਝ ਦੀ ਲਾਲੀ, ਲੋਕ ਪੀੜ, ਨਿੱਕੀ ਜਿਹੀ ਸੁਗਾਤ, ਪੱਥਰ ਗੀਟੇ, ਲੰਮੀਆਂ ਬਾਟਾਂ, ਮੈਂ ਤਵਾਰੀਖ ਹਾਂ ਹਿੰਦ ਦੀ, ਸਰਗੀ ਵੇਲਾ ਸੁਨੇੜੇ, ਸ਼ੋਕਾ ਚੇਤੀ, ਕਸਤੂਰੀ, ਨਾਗਮਣੀ, ਨਵੀਂ ਸਵੇਰ, ਕਾਗਜ਼ ਤੇ ਕੈਨਵਸ, ਮੈਂ ਜਮਾਂ ਤੂੰ, ਤ੍ਰਿੰਜਨ, ਦਰਵੇਸ਼ਾਂ ਦੀ ਮਹਿੰਦੀ, ਉੱਠਣੀ ਸਹਿਵਾਂ ਸੁੱਤੀਏ, ਮੈਂ ਤੈਨੂੰ ਫੇਰ ਮਿਲਾਂਗੀ। ਇਹ ਉਹਨਾਂ ਦੇ ਸਾਰੇ ਕਾਵਿ ਸੰਗ੍ਰਹਿ ਸੀ ਜਿਹੜੇ ਪੰਜਾਬੀ ਸਾਹਿਤ ਨੂੰ ਦਿੱਤੇ। ਉਹਨਾਂ ਦੀਆਂ ਦੋ ਕਵਿਤਾਵਾਂ ਤੁਹਾਡੇ ਇਸ ਪਾਠਕ੍ਰਮ ਦੇ ਵਿੱਚ ਪੇਸ਼ ਹੋਈਆਂ ਗਈਆਂ। ਪਹਿਲੀ ਹੈਗੀ ਹੈ ਲੋਕ ਪੀੜ, ਤੇ ਦੂਸਰੀ ਜਿਹੜੀ ਕਵਿਤਾ ਹੈਗੀ ਹੈ ਉਹ ਹੈਗੀ ਹੈ ਇਸ ਕਾਵਿ ਸੰਗ੍ਰਹਿ ਕਿਕਰਾਂ ਕੰਡਿਆਲਿਆ। ਦੋਨਾਂ ਕਵਿਤਾਵਾਂ ਦੇ ਬਾਰੇ ਆਪਾਂ ਗੱਲ ਕਰਦੇ ਹਾਂ, ਥੋੜ੍ਹੀ ਜਿਹੀ ਇਹਨਾਂ ਦੇ ਬਾਰੇ ਆਪਾਂ ਜਾਣੋ ਪਛਾਣ ਜੀ ਕਰ ਲਈਏ ਕਿ ਕਿਸ ਤਰ੍ਹਾਂ ਦਾ ਵਿਸ਼ਾ ਇਹਦੇ ਵਿੱਚ ਸ਼ਾਮਲ ਕੀਤਾ ਹੈਗਾ। ਲੋਕ ਪੀੜ, ਜਿਵੇਂ ਨਾਂ ਤੋਂ ਹੀ ਸਪਸ਼ਟ ਹੁੰਦਾ ਹੈ ਕਿ ਲੋਕਾਂ ਦੀ ਪੀੜ ਦਾ ਵਰਣਨ ਕੀ ਹੈ ਕਿ ਵਰਲਡ ਲੈਵਲ ਦੇ ਉੱਪਰ, ਭਾਰਤ ਦੇ ਵਿੱਚ ਹੀ ਨਹੀਂ ਵਰਲਡ ਲੈਵਲ ਦੇ ਉੱਪਰ ਹੀ ਇਹ ਕਵਿਤਾ ਲੋਕਾਂ ਦੇ ਦੁੱਖਾਂ ਨੂੰ, ਲੋਕਾਂ ਦੇ ਦਰਦਾਂ ਨੂੰ ਪੇਸ਼ ਕਰਦੀ ਹੈ। ਦੂਸਰਾ ਸੰਸਾਰ ਜਿਹੜਾ ਜੰਗ ਹੋਈ ਸੀਗੀ, ਦੂਸਰਾ ਵਰਲਡ ਵਾਰ ਹੋਈ ਸੀਗੀ, ਉਸ ਦੇ ਨੇ ਧਰਤੀ ਦੇ ਉੱਪਰ ਮਨੁੱਖਤਾ ਦਾ ਘਾਣ ਕੀਤਾ ਸੀਗਾ। ਇਸ ਵਰਲਡ ਵਾਰ ਦੇ ਉੱਪਰ ਸਮੁੱਚੇ ਵਰਲਡ ਦੇ ਵਿੱਚ, ਸਮੁੱਚੇ ਵਿਸ਼ਵ ਦੇ ਵਿੱਚ ਸਾਹਿਤਕਾਰਾਂ ਨੇ ਬਹੁਤ ਸਾਰੀਆਂ ਰਚਨਾਵਾਂ ਕੀਤੀਆਂ, ਤੇ ਅੰਮ੍ਰਿਤਾ ਪ੍ਰੀਤਮ ਵੀ ਉਹਨਾਂ ਦੇ ਵਿੱਚੋਂ ਇੱਕ ਸੀ। ਸਾਹਿਤਕਾਰ ਨੂੰ ਹਮੇਸ਼ਾ ਹੀ ਮਨੁੱਖਾਂ ਦੀ ਚਿੰਤਾ ਹੁੰਦੀ ਹੈ, ਸਧਾਰਨ ਲੋਕਾਂ ਦੀ ਚਿੰਤਾ ਹੁੰਦੀ ਹੈ, ਤੇ ਅੰਮ੍ਰਿਤਾ ਪ੍ਰੀਤਮ ਵੀ ਉਹ ਚਿੰਤਾ ਦੇ ਵਿੱਚ ਸ਼ਾਮਲ ਹੋ ਜਾਂਦੀ ਹੈ। ਇਹ ਦੌਰ ਅਜਿਹਾ ਸੀ ਜਿੱਥੇ ਮਨੁੱਖ ਵੈਰੀ ਸੀ ਅਤੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਖਿਲਰਿਆ ਹੋਇਆ ਸੀ, ਪਸਰਿਆ ਹੋਇਆ ਸੀ। ਲੇਖਕਾਂ ਲੋਕਾਂ ਦੇ ਰਾਜ ਦੀ ਧਰਤੀ ਉੱਪਰ ਬਰਤਾਨੀਆ ਹਕੂਮਤ ਦੇ ਕਬਜ਼ੇ ਕਾਰਨ ਹੋਈ ਲੁੱਟ ਤੋਂ ਸਧਾਰਨ ਲੋਕ ਕਿਸ ਤਰ੍ਹਾਂ ਰੋਟੀ ਤੋਂ ਵੀ ਬੇਜ਼ਾਰ ਹੋ ਜਾਂਦੇ ਆ, ਰੋਟੀ ਤੋਂ ਵੀ ਉਹ ਮੁਹਤਾਜ ਹੋ ਜਾਂਦੇ ਆ, ਉਹਦਾ ਜ਼ਿਕਰ ਬੜੇ ਹੀ ਉਪਭਾਵਕ ਢੰਗ ਨਾਲ ਕਰਦੀ ਹੈ। ਸਮੁੱਚੇ ਰੂਪ ਵਿੱਚ ਲੇਖਿਕਾ ਪ੍ਰਗਤੀਸ਼ੀਲ ਵਿਚਾਰਾਂ ਨੂੰ ਇਸ ਕਵਿਤਾ ਦੇ ਵਿੱਚ ਪੇਸ਼ ਕਰਦੀ ਹੈ ਔਰ ਆਪਣਾ ਜਿਹੜਾ ਖਾਸ ਭਾਸ਼ਾ, ਖਾਸ ਸ਼ਬਦ ਚੋਣ ਰਾਹੀਂ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਂਦੀ ਹੈ। ਇਸ ਕਵਿਤਾ ਵਿੱਚ ਸ਼ੀਸ਼ ਮਹਿਲ ਪੈਰਿਸ, ਰਾਜ ਮਹਿਲ ਲੰਦਨ ਅਤੇ ਗੀਤਾਂ ਦੀ ਧਰਤੀ ਬੰਗਾਲ ਨੂੰ ਕਿਹਾ ਗਿਆ ਹੈ। ਇਹਨਾਂ ਥਾਵਾਂ ਦੇ ਹਵਾਲਿਆਂ ਰਾਹੀਂ ਅੰਮ੍ਰਿਤਾ ਪ੍ਰੀਤਮ ਉਸ ਸਮੇਂ ਦੀ ਸੰਸਾਰਕ ਦਸ਼ਾ ਦਾ ਚਿੱਤਰ ਬੜੀ ਸਫਲਤਾਪੂਰਵਕ ਉਲੀਕਦੀ ਹੈ, ਚਿੱਤਰਦੀ ਹੈ ਔਰ ਪੇਸ਼ ਕਰਦੀ ਹੈ। ਜਿਹੜੀ ਇਸ ਕਾਵਿ ਸੰਗ੍ਰਹਿ ਦੇ ਵਿੱਚ ਜਿਹੜਾ ਤੁਹਾਡੇ ਪਾਠਕ੍ਰਮ ਵਿੱਚ ਦਿੱਤਾ ਗਿਆ, ਅੰਮ੍ਰਿਤਾ ਪ੍ਰੀਤਮ ਦੀ ਦੂਸਰੀ ਜਿਹੜੀ ਕਵਿਤਾ ਹੈਗੀ ਉਹ ਹੈ ਕਿਕਰਾਂ ਵੇ ਕੰਡਿਆਲਿਆ। ਕਿਕਰਾਂ ਵੇ ਕੰਡਿਆਲਿਆ ਇੱਕ ਲੋਕ ਕਾਵਿ ਰੂਪ ਨੂੰ ਉਦਾਹਰ ਬਣਾ ਕੇ ਲਿਖੀ ਗਈ ਹੈ। 12 ਮਾਹ ਇੱਕ ਤਰ੍ਹਾਂ ਦਾ 12 ਮਹੀਨੇ ਜਿਹੜੇ ਦੇਸੀ ਉਹਨਾਂ ਦੇ ਨਾਂ ਲੈ ਕੇ ਹਰ ਇੱਕ ਬੰਦ ਲਿਖਿਆ ਗਿਆ ਔਰ ਉਹ ਹਰ ਇੱਕ ਬੰਦ ਦੇ ਵਿੱਚ ਲੋਕਾਂ ਦੇ ਜਿਹੜੇ ਹੈਗੇ ਆ ਸੰਘਰਸ਼, ਉਹਨਾਂ ਦੀ ਗੱਲ ਕੀਤੀ ਗਈ ਹੈ। ਲੋਕ ਕਿਸ ਤਰ੍ਹਾਂ ਇਸ ਧਰਤੀ ਦੇ ਉੱਪਰ ਰਹਿੰਦੇ ਹੋਏ ਆਪਣੇ ਹੱਕਾਂ ਦੇ ਲਈ ਲੜਨ, ਉਹਦੇ ਬਾਰੇ ਗੱਲ ਕੀਤੀ ਗਈ ਹੈ। ਇਸ ਵਿੱਚ ਹੱਕ ਸੱਚ ਦੇ ਰਾਜ ਲਈ ਲੋਕ ਸਮੂਹ ਨੂੰ ਇੱਕ ਤਰ੍ਹਾਂ ਦਾ ਹੋਕਾ ਦਿੱਤਾ ਗਿਆ ਹੈ। ਖੇਤਾਂ ਦਾ ਜਾਗਣਾ, ਧਰਤੀ ਦਾ ਉਸਲਵੱਟੇ ਲੈਣਾ, ਸਾਮਰਾਜ ਦੇ ਮੂੰਹ ਤੇ ਰਾਖ, ਬੁੱਤਾਂ ਦਾ ਜਾਗਣਾ, ਲੋਕਾਂ ਦੁਆਰਾ ਹੱਕਾਂ ਦਾ ਖੋਹਣਾ ਆਦਿ ਪ੍ਰਤੀਕ ਰਾਹੀਂ ਲੇਖਕਾਂ ਨੇ ਲੋਕਾਂ ਦੀ ਗੁਲਾਮੀ ਨੂੰ ਆਜ਼ਾਦੀ ਪ੍ਰਾਪਤੀ ਦੀ ਪ੍ਰੇਰਨਾ ਜਗਾਉਣ ਲਈ ਵਰਤਿਆ। ਇਹ ਰਚਨਾ ਬੜੀ ਹੀ ਲੋਕ ਧਾਰਕ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਲੋਕ ਕਾਵਿ ਰੂਪ ਨੂੰ ਇੱਕ ਤਰ੍ਹਾਂ ਨਾਲ ਕੀਤਾ, ਲੋਕ ਧਾਰਕ ਕਾਵਿ ਮੁਹਾਵਰੇ ਰਾਹੀਂ ਆਪਣੇ ਪ੍ਰਗਤੀਸ਼ੀਲ ਵਿਚਾਰਾਂ ਨੂੰ ਇਹ ਜਿਹੜੇ ਪੇਸ਼ ਕੀਤਾ ਗਿਆ ਹੈਗਾ ਕਵਿਤਰੀ ਦੁਆਰਾ। ਇਸ ਦੇ ਵਿੱਚ ਜਿਹੜੇ ਦੇਸੀ ਪੰਜਾਬ ਦੇ ਦੇਸੀ ਮਹੀਨੇ ਆ ਪੰਜਾਬੀ ਲੋਕਾਂ ਦੇ, ਉਹਨਾਂ ਨੂੰ ਮੁੱਢ ਦੇ ਵਿੱਚ ਰੱਖਿਆ ਗਿਆ ਹੈ। ਦੇਸੀ ਮਹੀਨਿਆਂ ਦੇ ਵੀ ਆਪਾਂ ਗੱਲ ਕਰਾਂਗੇ ਜਦੋਂ ਆਪਾਂ ਕਵਿਤਾ ਦੀ ਵਿਆਖਿਆ ਕਰਾਂਗੇ। ਦੱਸਾਂਗੇ ਤੁਹਾਨੂੰ ਕਿ ਅੰਗਰੇਜ਼ੀ ਮਹੀਨਿਆਂ ਤੋਂ ਦੀ ਬਜਾਏ ਪਹਿਲਾਂ ਲੋਕ ਸਾਡੇ ਜਿਹੜੇ ਉਹ ਦੇਸੀ ਮਹੀਨਿਆਂ ਦੀ ਗੱਲ ਕਰਦੇ ਹੁੰਦੇ ਸੀ। ਦੇਸੀ ਮਹੀਨਿਆਂ ਦੇ ਵਿੱਚ ਉਹ ਆਪਣੇ ਜਿਹੜਾ ਕਾਰ ਵਿਹਾਰ ਤੋਰਦੇ ਸੀ, ਦੇਸੀ ਮਹੀਨਿਆਂ ਨੂੰ ਹੀ ਉਹ ਸਮੇਂ ਦੀ ਮਿਹਨਤੀ ਦਾ ਇੱਕ ਸਾਧਨ ਬਣਾਉਂਦੇ ਸੀ। ਤਰਾਟ ਤਰਾਟ ਅੱਜ ਨੈਣ ਸਮੇਂ ਦੇ, ਚੀਲੂ ਚੀਲੂ ਉਹਦੇ ਪੈਰ। ਤਰਾਟ ਤਰਾਟ ਸ਼ਬਦ ਦਾ ਭਾਵ ਹੁੰਦਾ ਤੇਜ਼ ਦਰਦ ਉੱਠਣ ਦਾ ਅਹਿਸਾਸ। ਚੀਲੂ ਚੀਲੂ ਸ਼ਬਦ ਦਾ ਭਾਵ ਹੈ ਆਪਣੇ ਆਪ ਦੇ ਵਿੱਚ ਸੜਨ ਦਾ ਅਹਿਸਾਸ ਹੋਣਾ ਔਰ ਆਪਣੇ ਆਪ ਦੁੱਖ ਹੋਣ ਦਾ ਅਹਿਸਾਸ ਹੋਣਾ। ਤਰਾਟ ਤਰਾਟ ਅੱਜ ਨੈਣ ਸਮੇਂ ਦੇ, ਚੀਲੂ ਚੀਲੂ ਉਹਦੇ ਪੈਰ। ਦੇਸ਼ ਦੇਸ਼ ਦਾ, ਕੌਮ ਕੌਮ ਦਾ, ਮਨੁੱਖ ਮਨੁੱਖ ਦਾ
ਵੈਰ। ਕਹਿੰਦੇ ਵੀ ਜਿਹੜੇ ਲੋਕ ਹੈਗੇ ਉਹਨਾਂ ਦੇ ਵਿੱਚ ਇੱਕ ਦਰਦ ਦੇਖਣ ਨੂੰ ਮਿਲ ਰਿਹਾ ਹੈ, ਉਹਨਾਂ ਦੇ ਨੈਣਾਂ ਦੇ ਵਿੱਚ, ਉਹਨਾਂ ਦੀਆਂ ਅੱਖਾਂ ਦੇ ਵਿੱਚ, ਜਾਂ ਉਹਨਾਂ ਦੇ ਆਸੇ-ਪਾਸੇ ਚੀਲੋਂ ਉਹਦੇ ਪੈਰ ਇੱਕ ਸੜਨ ਦਾ ਅਨੁਭਵ ਦੇ ਰਹੇ ਹੈ। ਦੇਸ਼ ਦਾ, ਕੌਮ ਦਾ, ਹਰ ਇੱਕ ਕੌਮ ਦੇ ਵਿੱਚ, ਹਰ ਇੱਕ ਦੇਸ਼ ਦੇ ਵਿੱਚ ਮਨੁੱਖ ਹੀ ਮਨੁੱਖਤਾ ਦਾ ਵੈਰੀ ਬਣ ਗਿਆ, ਮਨੁੱਖ ਹੀ ਮਨੁੱਖਾਂ ਦਾ ਵੈਰੀ ਬਣ ਗਿਆ। ਗੀਤਾਂ ਦੀ ਧਰਤੀ ਪੀੜ, ਆਪਾਂ ਗੀਤਾਂ ਦੀ ਧਰਤੀ ਜਿਸ ਤਰ੍ਹਾਂ ਬੰਗਾਲ ਦੀ ਧਰਤੀ, ਪਹਿਲਾਂ ਬੰਗਾਲ ਦੀ ਗੱਲ ਕੀਤੀ ਇਹਨਾਂ ਨੇ, ਗੀਤਾਂ ਦੀ ਧਰਤੀ ਪੀੜ, ਸੰਗੀਤ ਦੀ ਧਰਤੀ ਬੰਗਾਲ ਨੂੰ ਕਿਹਾ ਗਿਆ ਕੁਰਲਾਹਟ। ਪੀੜ ਤੇ ਕੁਰਲਾਹਟ ਦੋਨੇ ਦੁੱਖ ਦਾ ਪ੍ਰਤੀਕ ਹੈ। ਸ਼ੀਸ਼ ਮਹਿਲ ਤੇ ਰਾਜ ਮਹਿਲ ਚੋਂ, ਸ਼ੀਸ਼ ਮਹਿਲ ਫਰਾਂਸ ਦਾ ਜਿਹੜੀ ਰਾਜਧਾਨੀ ਹੈ ਪੈਰਿਸ, ਉਹਨੂੰ ਕਿਹਾ ਗਿਆ। ਰਾਜ ਮਹਿਲ ਇੰਗਲੈਂਡ ਨੂੰ ਕਿਹਾ ਗਿਆ, ਲੰਡਨ ਨੂੰ ਕਿਹਾ ਗਿਆ। ਮੌਤ ਕਦਮ ਦੀ ਆਹਟ, ਕਹਿੰਦੇ ਵੀ ਇੱਕ ਪਾਸੇ ਜੇ ਬੰਗਾਲ ਹੈ ਉਹਦੀ ਧਰਤੀ ਵੀ ਪੀੜ ਹੋਈ ਪਈ ਹੈ, ਉਹਦੀ ਧਰਤੀ ਦੇ ਉੱਪਰ ਵੀ ਬਹੁਤ ਸਾਰੇ ਜ਼ੁਲਮ ਹੋ ਰਹੇ ਹੈ। ਸੰਗੀਤ ਦੀ ਧਰਤੀ ਬੰਗਾਲ ਦੇ ਉੱਪਰ ਬਹੁਤ ਕੁਰਲਾਹਟ ਮੱਚੀ ਹੋਈ ਹੈ। ਦੂਸਰੇ ਪਾਸੇ ਸ਼ੀਸ਼ ਮਹਿਲ ਦਾ ਪ੍ਰਤੀਕ ਪੈਰਿਸ ਦੇ ਵਿੱਚ ਵੀ ਇਹ ਚੀਜ਼ ਦੇਖਣ ਨੂੰ ਮਿਲ ਰਹੀ ਹੈ। ਰਾਜ ਮਹਿਲ ਲੰਡਨ ਦੇ ਵਿੱਚ ਵੀ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ। ਉੱਥੇ ਵੀ ਮੌਤ ਹੈ ਜਿਹੜੀ ਮਨੁੱਖਤਾ ਨੂੰ ਆਪਣੇ ਕਲਾਵੇ ਦੇ ਵਿੱਚ ਲੈ ਰਹੀ ਹੈ। ਦੂਸਰਾ ਜਿਹੜਾ ਵਿਸ਼ਵ ਯੁੱਧ ਹੋਇਆ ਸੀਗਾ ਉਹ ਕਿਤੇ ਨਾ ਕਿਤੇ ਮਨੁੱਖਤਾ ਨੂੰ ਪੀੜਿਤ ਕਰਦਾ ਹੈ, ਮਨੁੱਖਤਾ ਨੂੰ ਪ੍ਰਭਾਵਿਤ ਕਰਦਾ ਹੈ। ਉਸੇ ਪ੍ਰਭਾਵਿਤ ਹੋਈ ਮਨੁੱਖਤਾ ਦੀ ਗੱਲ ਇਸ ਕਵਿਤਾ ਦੇ ਵਿੱਚ ਕਰ ਰਹੀ ਹੈ ਕਵਿਤਰੀ, ਕਿ ਸਮੁੱਚਾ ਵਰਲਡ ਇਸ ਸੰਸਾਰ ਜੰਗ ਕਰਕੇ ਪ੍ਰਭਾਵਿਤ ਹੋਇਆ ਸੀ ਤੇ ਮੌਕੇ ਦੀਆਂ ਸਰਕਾਰਾਂ ਨੇ ਆਪਣੇ ਏਜੰਡੇ ਸੈੱਟ ਕਰਕੇ ਲੋਕਾਂ ਨੂੰ ਹੋਰ ਦੁਖੀ ਕਰ ਦਿੱਤਾ ਸੀ। ਲੋਕ ਰਾਜ ਦੀ ਧਰਤੀ ਇੱਥੋਂ ਲਿੱਤਾ ਗਿਆ ਹੈਗਾ ਰਸ਼ੀਅਨ ਸਰਕਾਰ ਤੋਂ, ਰਸ਼ੀਅਨ ਗਵਰਨਮੈਂਟ ਤੋਂ। ਸੋਵੀਅਤ ਸੰਘ ਬਣਿਆ ਸੀ ਉਦੋਂ, ਸੋਵੀਅਤ ਸੰਘ ਦੇ ਵਿੱਚ ਲੋਕ ਰਾਜ ਜਿਹੜਾ ਹੈਗਾ ਸਮਾਜਵਾਦ ਸਥਾਪਿਤ ਹੋ ਗਿਆ ਸੀਗਾ, ਉਸ ਦੀ ਗੱਲ ਕੀਤੀ ਹੈ। ਉਹਦੇ ਵਿੱਚ ਵੀ ਅੱਜ ਕਹਿੰਦੀ ਖੂਨ ਹੈ, ਅੱਜ ਖੂਨ, ਅੱਜ ਖੂਨ, ਕਬਜ਼ਾ ਹੋਇਆ ਜਨੂਨ। ਤੇ ਚਾਰੇ ਪਾਸੇ ਜਿਹੜਾ ਇੱਕ ਸਿਰਫ ਆਪਣੇ ਸਾਮਰਾਜ ਨੂੰ ਵਧਾਉਣ ਦੀਆਂ ਗੱਲਾਂ ਹੋ ਰਹੀਆਂ। ਉੱਥੇ ਜਦੋਂ ਸਾਮਰਾਜ ਨੂੰ ਵਧਾਉਣ ਦੀ ਗੱਲ ਹੁੰਦੀ ਹੈ ਤਾਂ ਲੋਕਾਂ ਦਾ ਖੂਨ ਹੁੰਦਾ ਹੈ, ਲੋਕਾਂ ਦੀਆਂ ਹੱਤਿਆਵਾਂ ਹੁੰਦੀਆਂ, ਚਾਰੇ ਪਾਸੇ ਖੂਨ ਖਿਲ ਰਿਹਾ ਪਿਆ ਹੈ, ਕਬਜ਼ਾ ਹੀ ਕਬਜ਼ਾ, ਚਾਰੇ ਪਾਸੇ ਇਹੀ ਗੱਲ ਸੁਣੀ ਜਾਂਦੀ ਹੈ। ਕਬਜ਼ਾ ਹੋਇਆ ਜਨੂਨ, ਤੇ ਲੋਕਾਂ ਦੇ ਮਨ ਦੇ ਵਿੱਚ, ਸਰਕਾਰਾਂ ਦੇ ਮਨ ਦੇ ਵਿੱਚ ਦੂਸਰੇ ਦੇਸ਼ਾਂ ਦੇ ਉੱਪਰ ਕਬਜ਼ਾ ਕਿਵੇਂ ਕਰਨਾ, ਇਹਦੇ ਬਾਰੇ ਗੱਲ ਚੱਲਦੀ ਹੈ। ਇਹੋ ਇੱਕ ਗੱਲ ਚੱਲ ਰਹੀ ਹੈ। ਮਹਾਭਾਰਤ ਜਿਵੇਂ ਆਪਾਂ ਪਹਿਲਾਂ ਸਾਡੇ ਇਤਿਹਾਸ ਦੇ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਮਹਾਭਾਰਤ ਹੋਇਆ ਸੀ ਸਾਡਾ ਇੱਕ, ਉਹਦੇ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਸੀਗੇ ਸਾਡੇ ਇਤਿਹਾਸ ਦੇ ਵਿੱਚ, ਬਹੁਤ ਵੱਡੀ ਘਟਨਾ ਹੈਗੀ ਇਹ। ਉਸ ਘਟਨਾ ਦੀ ਬੈਕਗਰਾਊਂਡ ਦੇ ਵਿੱਚ ਕਵਿਤਰੀ ਕਹਿੰਦੀ ਹੈ ਕਿ ਅੱਜ ਸਮੁੱਚਾ ਸੰਸਾਰ ਹੀ ਮਹਾਭਾਰਤ ਬਣਿਆ ਪਿਆ, ਔਰ ਜਿਸ ਤਰ੍ਹਾਂ ਮਹਾਭਾਰਤ ਦੇ ਯੁੱਧ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ ਸੀ, ਉੱਥੇ ਹਰ ਪਾਸੇ ਇੱਕ ਨੁਕਸਾਨ ਹੋ ਰਿਹਾ ਦੂਸਰੇ ਵਿਸ਼ਵ ਯੁੱਧ ਦੇ ਵਿੱਚ। ਜਿੱਥੇ ਰੋਜ਼ ਤੇ ਜਿੱਥੇ ਰੋਟੀ ਬਣੀ ਸਵਾਲ ਕੀ ਆਖੇ, ਉੱਥੇ ਇਸ਼ਕ ਦਰਦ ਦੇ ਸੋਚ। ਕਹਿੰਦੇ ਵੀ ਅੱਜ ਤਾਂ ਲੋਕਾਂ ਨੂੰ ਰੋਜੀ ਦੀ ਹੀ ਬਹੁਤ ਵੱਡਾ ਸਵਾਲ ਖੜਾ ਹੋਇਆ ਪਿਆ। ਲੋਕ ਢਿੱਡੋਂ ਭੁੱਖੇ ਹੈ, ਲੋਕ ਜੰਗ ਦੇ ਵਿੱਚ ਮਰ ਰਹੇ ਹੈ, ਤੇ ਪਿਆਰ ਮੁਹੱਬਤ ਦੀ ਗੱਲ ਤਾਂ ਕਰਨੀ ਹੀ ਉੱਥੇ ਕੋਈ ਮਾਇਨੇ ਨਹੀਂ ਰੱਖਦੀ। ਉੱਥੇ ਇਸ਼ਕ ਦਰਦ ਤੇ ਸੋਚ। ਬੁਲਬੁਲ ਨੇ ਅੱਜ ਨਗਮਾ ਗਾਣੋਂ ਕਰ ਦਿੱਤਾ ਇਨਕਾਰ। ਬੁਲਬੁਲ ਖੁਸ਼ੀ ਦਾ ਪ੍ਰਤੀਕ ਹੈ, ਗੀਤ ਸੰਗੀਤ ਖੁਸ਼ੀ ਦਾ ਪ੍ਰਤੀਕ ਹੈ। ਗੀਤ ਤੇ ਸੰਗੀਤ ਖਤਮ ਹੋ ਚੁੱਕੇ ਹੈ, ਉਹਦੇ ਥਾਂ ਦੇ ਉੱਪਰ ਜੰਗ ਦੀਆਂ ਜਿਹੜੇ ਬਿਗਲ ਆ ਉਹ ਸੁਣਾਈ ਦੇ ਰਹੇ ਆ, ਜਾਂ ਜੰਗ ਯੁੱਧ ਦੀਆਂ ਆਵਾਜ਼ਾਂ, ਟੈਂਕਾਂ ਦੀਆਂ ਆਵਾਜ਼ਾਂ, ਗੋਲੀਆਂ ਦੀਆਂ ਆਵਾਜ਼ਾਂ ਉਹ ਸੁਣਾਈ ਦੇ ਰਹੀਆਂ, ਜਿਹੜੀਆਂ ਮਨੁੱਖ ਨੂੰ ਵਿਛੇੜ ਰਹੀਆਂ, ਜਦ ਕਿ ਬੁਲਬੁਲ ਦੇ ਗੀਤ ਲੋਕਾਂ ਨੂੰ ਆਪਸ ਦੇ ਵਿੱਚ ਮਿਲਾ ਰਹੇ ਆ। ਇਹ ਦੋਨਾਂ ਚੀਜ਼ਾਂ ਤੋਂ ਉੱਪਰ ਉੱਠ ਕੇ ਜੇਕਰ ਇੱਕ ਨਵੀਂ ਚੀਜ਼ ਸਿਰਜੀ ਜਾ ਸਕਦੀ ਹੈ ਤਾਂ ਉਹ ਦੁਨੀਆ ਦੇ ਵਿੱਚ ਪਿਆਰ ਤੇ ਮੁਹੱਬਤ ਦੇ ਨਾਲ ਜਾਂ ਸ਼ਾਂਤੀ ਦੇ ਨਾਲ ਸਿਰਜੀ ਜਾ ਸਕਦੀ ਹੈ। ਭਿੱਜੇ ਪਲਕ ਅੱਜ ਹੁਸਨ ਦੇ ਪਲਕ ਤੋਂ ਭਾਵ ਇੱਥੇ ਜਿਸ ਤਰ੍ਹਾਂ ਤੁਸੀਂ ਥੱਲੇ ਦੇਖੋ ਅਰਥ ਦਿੱਤੇ ਹੋਏ ਆ, ਇੱਥੇ ਹੁਸਨ ਔਰਤ ਤੋਂ ਲੈਤਾ ਗਿਆ, ਤੇ ਜੰਗ ਦੀ ਬਲੀ ਪਿਆਰ ਆਦਮੀ। ਜਿਹੜਾ ਜੰਗ ਹੈਗੇ ਆ ਉਹਦੇ ਵਿੱਚ ਇੱਕ ਫੌਜੀ ਦੇ ਰੂਪ ਦੇ ਵਿੱਚ ਬੰਦਾ ਲੜ ਰਿਹਾ, ਤੇ ਉਹਦੀ ਪਤਨੀ ਉਸ ਤੋਂ ਬਾਅਦ ਉਹਦੀ ਵੇਟ ਕਰ ਰਹੀ ਹੈ। ਜਦੋਂ ਉਹਦੀ ਜੰਗ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ ਉਹਦੀ ਪਤਨੀ ਦੇ ਪਲਕਾਂ ਜਿਹੜੀਆਂ ਉਹ ਭਿੱਜਦੀਆਂ, ਉਹ ਵਿਛੋੜੇ ਦੇ ਵਿੱਚ ਤੜਫਦੀ ਹੈ। ਇਹਦੀ ਗੱਲ ਅਮਰਤਾ ਪ੍ਰੀਤਮ ਕਰ ਰਹੀ ਹੈ ਆਪਣੀ ਇਸ ਕਵਿਤਾ ਦੇ ਵਿੱਚ, ਔਰ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਮਨੁੱਖਤਾ ਜੰਗ ਦੇ ਵਿੱਚ, ਯੁੱਧ ਦੇ ਵਿੱਚ ਜਦੋਂ ਨਿਪੀੜੀ ਜਾਂਦੀ ਹੈ, ਮਾਰੀ ਜਾਂਦੀ ਹੈ, ਜਾਂ ਉਹ ਕਿਸੇ ਰੂਪ ਦੇ ਵਿੱਚ ਪ੍ਰਭਾਵਿਤ ਹੁੰਦੀ ਹੈ, ਤਾਂ ਸਭ ਤੋਂ ਵੱਡਾ ਪ੍ਰਭਾਵ ਪੈਂਦਾ ਹੈਗਾ ਪਿੱਛੇ ਬੈਠੀ ਔਰਤ ਦੇ ਪਰਿਵਾਰ ਦੇ ਵਿੱਚ। ਜਿਹੜੀ ਪਰਿਵਾਰ ਨੂੰ ਔਰਤ ਚਲਾ ਰਹੀ ਹੁੰਦੀ ਹੈ, ਉਹ ਔਰਤ ਭੈਣ ਦੇ ਰੂਪ ਦੇ ਵਿੱਚ ਵੀ ਹੋ ਸਕਦੀ ਹੈ, ਧੀ ਦੇ ਰੂਪ ਦੇ ਵਿੱਚ ਵੀ ਹੋ ਸਕਦੀ ਹੈ, ਮਾਂ ਦੇ ਰੂਪ ਦੇ ਵਿੱਚ ਵੀ ਹੋ ਸਕਦੀ ਹੈ, ਤੇ ਪਤਨੀ ਦੇ ਰੂਪ ਦੇ ਵਿੱਚ ਵੀ ਹੋ ਸਕਦੀ ਹੈ।
ਸੋ ਵਿਦਿਆਰਥੀਓ, ਲੋਕ ਪੀੜ ਕਵਿਤਾ ਦੇ ਵਿੱਚ ਅੰਮ੍ਰਿਤਾ ਪ੍ਰੀਤਮ ਨੇ ਬੜੇ ਵਧੀਆ ਢੰਗ ਦੇ ਨਾਲ ਬੜੇ ਵਧੀਆ ਵਿਚਾਰ ਪੇਸ਼ ਕੀਤੇ ਹੈਗੇ ਆ ਕਿ ਜਿਹੜਾ ਜੰਗ ਹੈ, ਯੁੱਧ ਹੈ, ਉਹਨੇ ਹਰ ਹਾਲਤ ਦੇ ਵਿੱਚ ਮਨੁੱਖਤਾ ਦਾ ਘਾਣ ਕਰਨਾ ਹੁੰਦਾ, ਉਹਨੇ ਹਰ ਹਾਲਤ ਦੇ ਵਿੱਚ ਮਨੁੱਖਾਂ ਨੂੰ ਹੀ ਨਿਸ਼ਾਨਾ ਬਣਾਉਣਾ ਹੁੰਦਾ ਤੇ ਇਸ ਦੇ ਪਿੱਛੇ ਬੈਠੇ ਹੋਏ ਦੂਸਰੇ ਮਨੁੱਖ ਪਰਿਵਾਰ ਦੇ ਵਿੱਚ ਜਿਹੜੇ ਵੇਟ ਕਰ ਰਹੇ ਹੈਗੇ ਆ ਫੌਜੀ ਵੀਰਾਂ ਦੀ, ਉਹਨਾਂ ਦੇ ਜਿਹੜੇ ਦੁੱਖ ਦਰਦ ਆ ਉਹਨਾਂ ਨੂੰ ਵੀ ਪੇਸ਼ ਕੀਤਾ ਹੈ। ਇਸ ਦੇ ਨਾਲ ਹੀ ਇਸ ਕਵਿਤਾ ਦੀ ਗੱਲ ਇੱਥੇ ਖਤਮ ਕਰਕੇ ਆਪਾਂ ਅਗਲੀ ਕਵਿਤਾ ਦੀ ਗੱਲ ਕਰਨ ਜਾ ਰਹੇ ਹਾਂ। ਅਗਲੀ ਕਵਿਤਾ ਹੈਗੀ ਹੈ ਕਿੱਕਰਾਂ ਵੇ ਕੰਡਿਆਲਿਆ। ਤੁਹਾਨੂੰ ਜਿਵੇਂ ਪਹਿਲਾਂ ਮੈਂ ਦੱਸਿਆ ਸੀਗਾ, ਕਿੱਕਰਾਂ ਵੇ ਕੰਡਿਆਲਿਆ ਦੇ ਵਿੱਚ ਦੇਸੀ ਮਹੀਨਿਆਂ ਦੀ ਤੋਂ ਸ਼ੁਰੂ ਕੀਤਾ, ਚੇਤ ਮਹੀਨੇ ਤੋਂ, ਔਰ ਇਹ ਚੇਤ ਮਹੀਨੇ ਤੋਂ ਸ਼ੁਰੂ ਕਰਕੇ ਜਿੰਨੇ ਪੰਜਾਬ ਦੇ ਵਿੱਚ ਪ੍ਰਚਲਿਤ ਦੇਸੀ ਮਹੀਨੇ ਹੈਗੇ ਆ ਉਹਨਾਂ ਨੂੰ ਇੱਕ ਇੱਕ ਪੈਰੇ ਦੇ ਵਿੱਚ ਰੱਖਿਆ ਗਿਆ। ਇੱਕ ਤਰ੍ਹਾਂ ਨਾਲ 12 ਮਾਹ ਇੱਦਾਂ ਹੀ ਲਿਖਿਆ ਜਾਂਦਾ, ਪਰ ਜਿਹੜਾ ਹੈਗਾ 12 ਮਾਹ ਦੇ ਮੂੰਹ ਆਰੰਭ ਦੇ ਵਿੱਚ ਹੁੰਦਾ, ਇੱਥੇ ਅਖੀਰ ਦੇ ਵਿੱਚ ਲਿੱਤਾ ਗਿਆ। ਫਿਰ ਵੀ ਦੇਖਦੇ ਹਾਂ ਆਪਾਂ ਮੈਂ ਕਵਿਤਾ ਨੂੰ ਪੇਸ਼ ਕੀਤਾ। ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜਿਆ ਚੇਤ, ਜਾਗ ਪਈਆਂ ਅੱਜ ਪੈਲੀਆਂ, ਜਾਗ ਪਏ ਅੱਜ ਖੇਤ। ਹੁਣ ਜਾਗ ਪਈਆਂ ਪੈਲੀਆਂ ਤੇ ਜਾਗ ਪਏ ਖੇਤ। ਇੱਥੇ ਪੈਲੀਆਂ ਨੂੰ ਸਾਂਭਣ ਵਾਲੇ ਲੋਕ, ਕਿਸਾਨ ਲੋਕ, ਉਹ ਜਾਗ ਪਏ ਹੈ, ਉਹਨਾਂ ਦੇ ਮਾਲਕ ਜਾਗ ਪਏ ਹੈ, ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਦੇ ਹੱਕ ਕੀ ਹੈ। ਸਾਮਰਾਜਵਾਦੀ ਨੀਤੀਆਂ ਫੈਲਾਉਣ ਵਾਲੀ ਸਰਕਾਰ ਹੈ, ਉਹਨੂੰ ਕਿਤੇ ਨਾ ਕਿਤੇ ਖਤਰਾ ਮਹਿਸੂਸ ਹੋਣ ਲੱਗ ਪਿਆ। ਕਿੱਕਰਾਂ ਵੇ ਕੰਡਿਆਲਿਆ ਚੜਿਆ ਅੱਜ ਵਿਸਾਖ, ਸਾਮਰਾਜ ਦੇ ਮੂੰਹ ਤੇ ਉੱਡ ਉੱਡ ਪੈਂਦੀ ਰਾਖ। ਚੇਤ ਮਹੀਨਾ ਤੇ ਵਿਸਾਖ ਮਹੀਨਾ। ਵਿਸਾਖ ਮਹੀਨਾ 13 ਅਪ੍ਰੈਲ ਨੂੰ, 14 ਅਪ੍ਰੈਲ ਨੂੰ ਇੱਕ ਵਿਸਾਖ ਹੁੰਦਾ ਹੈਗਾ, ਵਿਸਾਖੀ ਜਦੋਂ ਮਨਾਈ ਜਾਂਦੀ ਹੈ। ਉਦੋਂ ਪਿਛਲਾ ਮਹੀਨਾ ਜਿਹੜਾ ਹੈਗਾ ਮਾਰਚ ਦਾ, ਉਹ ਚੇਤ ਮਹੀਨਾ ਹੁੰਦਾ। ਜਿਹੜਾ ਦੇਸੀ ਮਹੀਨਾ ਹੈਗਾ ਇਹ ਅੰਗਰੇਜ਼ੀ ਮਹੀਨੇ ਦੇ ਮੱਧ ਦੇ ਵਿੱਚ ਬਦਲਦਾ। ਜਿਵੇਂ ਚੇਤ ਮਹੀਨਾ ਜੇਕਰ 15 ਮਾਰਚ ਤੋਂ ਸ਼ੁਰੂ ਹੁੰਦਾ ਤਾਂ 12-13 ਅਪ੍ਰੈਲ ਤੱਕ ਹੁੰਦਾ ਇਹ, ਤੇ ਵਿਸਾਖ ਹੈ ਜਿਹੜਾ 13-14 ਅਪ੍ਰੈਲ ਤੋਂ ਸ਼ੁਰੂ ਹੋ ਕੇ ਅੱਗੇ ਮਈ ਤੱਕ ਚਲਿਆ ਜਾਂਦਾ। ਇਸੇ ਤਰ੍ਹਾਂ ਜੇਠ ਹੈ ਅੱਗੇ ਮਈ ਤੇ ਮਿਡ ਦੇ ਵਿੱਚ ਸ਼ੁਰੂ ਹੋ ਕੇ ਜੂਨ ਦੇ ਮਿਡ ਦੇ ਵਿੱਚ ਚਲਿਆ ਜਾਂਦਾ। ਇਸੇ ਤਰ੍ਹਾਂ ਹਾੜ ਫਿਰ ਜੂਨ ਦੇ ਵਿਚਕਾਰ ਤੋਂ ਸ਼ੁਰੂ ਹੋ ਕੇ ਜੁਲਾਈ ਦੇ ਵਿਚਕਾਰ ਤੱਕ ਚਲਿਆ ਜਾਂਦਾ। ਬਾਕੀ ਸਾਰੇ ਮਹੀਨੇ ਵੀ ਇਸੇ ਤਰ੍ਹਾਂ ਹੀ ਚੱਲਦੇ ਰਹਿੰਦੇ ਆ। ਦੇਖੋ ਅੱਗੇ, ਚੜਿਆ ਅੱਜ ਵਿਸਾਖ, ਸਾਮਰਾਜ ਦੇ ਮੂੰਹ ਤੇ ਉੱਡ ਉੱਡ ਪੈਂਦੀ ਰਾਖ। ਸਾਮਰਾਜ ਨੀਤੀਆਂ ਅਪਣਾਉਣ ਵਾਲੀਆਂ ਸਰਕਾਰਾਂ, ਉਹਨਾਂ ਦੇ ਮੂੰਹ ਦੇ ਉੱਪਰ ਰਾਖ ਪੈਣ ਦੀ ਸੰਭਾਵਨਾ ਬਣ ਗਈ ਹੈ, ਕਿਉਂਕਿ ਲੋਕ ਇਕੱਠੇ ਹੋ ਕੇ ਲੋਕ ਆਪਣੇ ਹੱਕਾਂ ਦੀ ਗੱਲ ਕਰਨ ਲੱਗ ਗਏ ਹੈ। ਇਸ ਕਰਕੇ ਸਾਮਰਾਜੀ ਸਰਕਾਰਾਂ ਨੂੰ ਅੱਜ ਕਿਤੇ ਨਾ ਕਿਤੇ ਆਪਣੇ ਆਪ ਦੇ ਵਿੱਚ, ਆਪਣੇ ਬਚਾਅ ਦੇ ਵਿੱਚ ਕੁਝ ਗੱਲਾਂ ਕਰਨੀਆਂ ਪੈ ਰਹੀਆਂ। ਉਹਨਾਂ ਨੂੰ ਲੱਗ ਰਿਹਾ ਕਿ ਸਾਡਾ ਉਹ ਦਿਨ ਦੂਰ ਨਹੀਂ ਜਦੋਂ ਆਮ ਲੋਕ ਆਪਣੀਆਂ ਸਰਕਾਰਾਂ ਸਥਾਪਿਤ ਕਰ ਲੈਣਗੇ। ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜਿਆ ਜੇਠ, ਉਸਲ ਵੱਟੇ ਭੰਨਦੀ ਧਰਤੀ ਤੇਰੇ ਹੇਠ। ਉਸਲ ਵੱਟੇ ਭੰਨਦੀ ਧਰਤੀ ਤੇਰੇ ਹੇਠ ਤੋਂ ਭਾਵ ਕਿ ਲੋਕ ਤਿਆਰ ਹੋ ਰਹੇ ਆ ਜੰਗ ਦੇ ਲਈ, ਲੜਾਈ ਦੇ ਲਈ, ਆਪਣੇ ਹੱਕਾਂ ਦੇ ਲਈ, ਤੇ ਧਰਤੀ ਦੇ ਉੱਪਰ ਉਹ ਇਕੱਠੇ ਹੋ ਕੇ ਇੱਕ ਤਰ੍ਹਾਂ ਦੇ ਨਾਲ ਉਸਲ ਵੱਟੇ ਲੈ ਰਹੇ ਆ। ਉਸਲ ਵੱਟੇ ਲੈਣੇ ਵੀ ਅੰਗੜਾਈ ਭੰਨਣੀ, ਆਪਣੇ ਆਪ ਨੂੰ ਤਿਆਰ ਕਰਨਾ ਕਿਸੇ ਜੰਗ ਦੇ ਲਈ, ਕਿਸੇ ਲੜਾਈ ਦੇ ਲਈ। ਕਿੱਕਰਾਂ ਵੇ ਕੰਡਿਆਲਿਆ ਉੱਤੋਂ ਚੜਿਆ ਹਾੜ, ਕਿੰਨਾ ਕੁ ਚਿਰ ਹੰਢ ਦੀ ਕੱਖ ਕਾਣਾ ਦੀ ਆੜ। ਕਹਿੰਦਾ ਵੀ ਹਾੜ ਦਾ ਮਹੀਨਾ ਆ ਗਿਆ। ਹਾੜ ਦਾ ਮਹੀਨਾ ਜ਼ਿੰਦਗੀ ਹੋਰ ਅੱਗੇ ਤੁਰ ਪਈ ਹੈ। ਉਹ ਜ਼ਿੰਦਗੀ ਜਦੋਂ ਅੱਗੇ ਹੋਰ ਤੁਰਦੀ ਹੈਗੀ ਤਾਂ ਇਹਦੇ ਨਾਲ ਕੀ ਹੈ ਕਿ ਜਿਹੜੀਆਂ ਕੱਖਾਂ ਕਾਣੀਆਂ ਹੈਗੀਆਂ ਇਹ ਕਿਸ ਤਰ੍ਹਾਂ ਅੜਨਗੇ ਇਸ ਵਿਦਰੋਹ ਦੇ ਅੱਗੇ। ਨਿੱਕੀਆਂ ਨਿੱਕੀਆਂ ਚੀਜ਼ਾਂ ਕਿਵੇਂ ਅੜਨਗੀਆਂ, ਕਿਉਂਕਿ ਲੋਕਾਂ ਦੇ ਵਿਦਰੋਹ ਅੱਗੇ, ਲੋਕਾਂ ਦੇ ਇਕੱਠ ਦੇ ਅੱਗੇ ਇਹ ਚੀਜ਼ਾਂ ਤਾਂ ਬਹੁਤ ਛੋਟੀਆਂ ਹੋ ਜਾਂਦੀਆਂ। ਇਸ ਕਰਕੇ ਉਮੀਦ ਬਣ ਰਹੀ ਹੈ ਹੁਣ ਕਿ ਲੋਕ ਇਕੱਠੇ ਹੋ ਕੇ ਆਪਣੇ ਹੱਕਾਂ ਦੇ ਲਈ ਲੜ ਰਹੇ ਆ ਤੇ ਲੋਕ ਆਪਣੇ ਹੱਕ ਲੈਣ ਦੇ ਲਈ ਪ੍ਰਤੀਬੱਧ ਹੈ ਔਰ ਕਾਮਯਾਬ ਵੀ ਹੋ ਜਾਣਗੇ। ਕਿੱਕਰਾਂ ਵੇ ਕੰਡਿਆਲਿਆ ਅੱਗੋਂ ਚੜਿਆ ਸੌਣ, ਦਾਵਾ ਨਾਲ ਹੈ ਸਮੇਂ ਦੀ ਰੋਕ ਸਕੇ ਅੱਜ ਕੌਣ। ਹੁਣ ਤਾਂ ਸਮੇਂ ਦੀ ਲੋੜ ਬਣ ਗਈ ਹੈ, ਸੰਘਰਸ਼ ਸਮੇਂ ਦੀ ਲੋੜ ਬਣ ਗਈ ਹੈ। ਸੌਣ ਮਹੀਨਾ ਆ ਗਿਆ ਤੇ ਹੁਣ ਉਮੀਦ ਵੱਜ ਗਈ ਹੈ ਕਿ ਲੋਕ ਆਪਣੇ ਹੱਕ ਲੈ ਲੈਣਗੇ। ਪ੍ਰਗਤੀਵਾਦੀ ਕਵਿਤਾ ਹੈ ਵਿਦਿਆਰਥੀਓ। ਇਹ ਪ੍ਰਗਤੀਵਾਦੀ ਕਵਿਤਾ ਦੇ ਵਿੱਚ ਹਮੇਸ਼ਾ ਹੀ ਜਿਹੜੇ ਵਿਚਾਰ ਹੁੰਦੇ ਆ ਉਹ ਸਮਾਜਵਾਦੀ ਢੰਗ ਦੇ ਹੁੰਦੇ ਆ ਜਾਂ ਮਾਰਕਸਿਜ਼ਮ ਤੋਂ ਪ੍ਰਭਾਵਿਤ ਹੁੰਦੇ ਆ, ਔਰ ਇਸ ਕਵਿਤਾ ਦੇ ਵਿੱਚ ਉਹਦੀ ਜਿਹੜੀ ਪ੍ਰਗਤੀਵਾਦ ਆ ਉਹ ਸਿਖਰ ਦੇ ਉੱਪਰ ਹੈ। ਕਿੱਕਰਾਂ ਵੇ ਕੰਡਿਆਲਿਆ ਭਾਦੋਂ ਹੈ ਇਸ ਵੇਰ, ਵੇਲਣ ਵਿੱਚ ਨਪੀੜੀਆਂ ਛਿੱਲਾਂ ਉੱਗੀਆਂ ਫੇਰ। ਜਿਹੜਾ ਹੁਣ ਮਹੀਨਾ ਚੱਲ ਰਿਹਾ ਭਾਦੋਂ ਦਾ ਲਾਸਟ ਜੇ ਦੇ ਦਿਨ ਹੈਗੇ। ਕਹਿੰਦਾ ਕਿੱਕਰਾਂ ਵੇ ਕੰਡਿਆਲਿਆ, ਅੱਗੇ ਹੁਣ ਭਾਦੋਂ ਦਾ ਮਹੀਨਾ ਆ ਗਿਆ, ਵੇਲਣ ਵਿੱਚ ਨਵੀੜੀਆਂ ਛਿੱਲਾਂ ਉੱਗੀਆਂ ਫੇਰ, ਤੇ ਲੋਕਾਂ ਨੇ ਤਿਆਰੀ ਕਰ ਲਈ ਆ। ਉਹਦੀ ਤਿਆਰੀ ਦੇ ਅੱਗੇ ਜਿਹੜਾ ਸਾਮਰਾਜਵਾਦ ਹੈ ਉਹ ਢਹਿ ਢੇਰੀ ਹੋਣ ਦੇ ਲਈ ਬਿਲਕੁਲ ਲੱਗ ਰਿਹਾ ਕਿ ਢਹਿ ਢੇਰੀ ਹੋ ਜਾਊਗਾ ਔਰ ਲੋਕ ਆਪਣੇ ਹੱਕ ਉਹਨਾਂ ਤੋਂ ਪ੍ਰਾਪਤ ਲੈ ਲੈਣਗੇ ਲੜਾਈ ਕਰਕੇ। ਕਿੱਕਰਾਂ ਵੇ ਕੰਡਿਆਲਿਆ ਅੱਸੂ ਚੜਿਆ ਅੱਜ ਨਾ ਲਾਰੇ ਲੱਗਦੇ, ਅੱਜ ਨਾ ਪੈਂਦੇ ਪੱਜ। ਤੇ ਹੁਣ ਮੈਨੂੰ ਉਮੀਦ ਹੈ ਕਿ ਲੋਕ ਨਾ ਤਾਂ ਕਿਸੇ ਲਾਰੇ ਦੇ ਵਿੱਚ ਆਉਣਗੇ, ਨਾ ਹੀ ਲੋਕ ਕਿਸੇ ਜਿਹੜੀ ਸਰਕਾਰ ਦਿੰਦੀ ਹੁੰਦੀ ਹੈ ਛੋਟੀਆਂ ਮੋਟੀਆਂ
ਤੋਹਫੇ ਵਗੈਰਾ ਜਾਂ ਛੋਟੇ ਮੋਟੀਆਂ ਇੱਕ ਲਾਲਚ ਦੇ ਦਿੰਦੀ ਹੈ, ਉਹਨਾਂ ਲਾਲਚਾਂ ਦੇ ਵਿੱਚ ਲੋਕ ਨਹੀਂ ਆਉਣਗੇ, ਉਹਨਾਂ ਲਾਰਿਆਂ ਦੇ ਵਿੱਚ ਲੋਕ ਨਹੀਂ ਆਉਣਗੇ, ਲੋਕ ਕਿਸੇ ਵੀ ਬਹਾਨੇ ਦੇ ਵਿੱਚ ਨਹੀਂ ਆਉਣਗੇ। ਪੱਜ ਹੁੰਦਾ ਬਹਾਨਾ। ਅੱਸੂ ਚੜਿਆ ਅੱਜ ਨਾ ਲਾਰੇ, ਅੱਜ ਨਾ ਲਾਰੇ ਲੱਗਦੇ, ਅੱਜ ਨਾ ਪੈਂਦੇ ਪੱਜ, ਪੱਜ ਹੁੰਦਾ ਬਹਾਨੇ। ਕਿੱਕਰਾ ਵੇ ਕੰਡਿਆਲਿਆ ਕੱਤਕ ਬਦਲੇ ਤੌਰ ਹੁੰਦਾ ਤਰੀਕੇ। ਨਵੇਂ ਯੁੱਗ ਦੇ ਬੁੱਤ ਵਿੱਚ ਨਵੇਂ ਲਹੂ ਦਾ ਦੌਰ। ਹੁਣ ਨਵੇਂ ਲੋਕ ਅੱਗੇ ਆ ਗਏ ਹੈ, ਨਵੇਂ ਵਿਚਾਰ ਅੱਗੇ ਆ ਗਏ ਹੈ, ਨੌਜਵਾਨ ਵਰਗ ਇਕੱਠਾ ਹੋ ਕੇ ਖੜਾ ਹੋ ਗਿਆ ਤੇ ਇਹ ਨੌਜਵਾਨ ਵਰਗ ਯੁੱਗ ਨੂੰ ਬਦਲਣ ਦੇ ਲਈ ਤਿਆਰ ਹੈ। ਯੁੱਗ ਬਦਲੂਗਾ ਔਰ ਹਰ ਹਾਲਤ ਵਿੱਚ ਬਦਲੂਗਾ, ਕਿਉਂਕਿ ਉਹਨਾਂ ਦਾ ਜਿਹੜਾ ਸੰਘਰਸ਼ ਹੈ ਇੱਕ ਦਿਨ ਉਹ ਰੰਗ ਦਿਖਾਊਗਾ। ਉਹ ਰੰਗ ਕਿਤੇ ਨਾ ਕਿਤੇ ਉਹਨਾਂ ਨੂੰ ਉਹਨਾਂ ਦੇ ਹੱਕਾਂ ਤੋਂ ਜਾਣੂ ਵੀ ਕਰਵਾਊਗਾ ਤੇ ਉਹਨਾਂ ਦੇ ਹੱਕ ਵੀ ਲੈ ਕੇ ਦੇਊਗਾ। ਜਿਹੜਾ ਕੱਤਕ ਮਹੀਨਾ ਹੈਗਾ ਉਸ ਤੋਂ ਅਗਲਾ ਮਹੀਨਾ ਹੁੰਦਾ ਮੱਘਰ। ਕਿੱਕਰਾ ਵੇ ਕੰਡਿਆਲਿਆ ਮੱਘਰ ਚੜਿਆ ਆਣ, ਕੋਈ ਇੱਕ ਪੱਤਰੀ ਲੋਹੇ ਦੀ ਜੀਕਰ ਚੜਦੀ ਸਾਣ। ਕਹਿੰਦਾ ਵੀ ਲੋਕਾਂ ਨੇ ਲੋਹੇ ਦੀਆਂ ਪੱਤਰੀਆਂ ਜਿਹੜੀਆਂ ਖੇਤੀ ਦੇ ਕੰਮ ਕਰਦੇ ਆ ਜਾਂ ਆਮ ਕੰਮ ਕਰਦੇ ਆ, ਉਹਨਾਂ ਨੂੰ ਸਾਣ ਤੇ ਚੜਾ ਕੇ ਹਥਿਆਰ ਬਣਾਉਣੇ ਸ਼ੁਰੂ ਕਰਤੇ। ਇੱਕ ਤਰ੍ਹਾਂ ਦੇ ਲੜਾਈ ਦੇ ਲਈ ਤਿਆਰੀ ਸ਼ੁਰੂ ਕਰਤੀ ਹੈ। ਮੱਘਰ ਚੜਿਆ ਆਣ, ਕੋਈ ਇੱਕ ਪੱਤਰੀ ਲੋਹੇ ਦੀ ਜੀਕਰ ਚੜਦੀ ਸਾਣ। ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਪੋ। ਬਹੁਤ ਇੰਪੋਰਟੈਂਟ ਲੈਣਾ ਹੈਗੀਆਂ। ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਪੋ, ਹੱਕ ਜਿਨ੍ਹਾਂ ਦੇ ਆਪਣੇ ਆਪੇ ਲੈਣਗੇ ਖੋ। ਤੇ ਜਿਨ੍ਹਾਂ ਨੂੰ ਆਪਣੇ ਹੱਕ ਪਿਆਰੇ ਹੈ, ਜਿਨ੍ਹਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗ ਗਿਆ, ਜਿਹੜੇ ਲੋਕ ਧਰਮ ਦੀਆਂ ਬਲਗਨਾਂ ਤੋਂ ਉੱਪਰ ਉੱਠ ਕੇ, ਜਿਹੜੇ ਲੋਕ ਜਾਤਵਾਦ ਦੀਆਂ ਬਲਗਨਾਂ ਤੋਂ ਉੱਪਰ ਉੱਠ ਕੇ ਆਪਣੇ ਹੱਕਾਂ ਲਈ ਇੱਕ ਸੰਘਰਸ਼ ਕਰਦੇ ਆ, ਉਹ ਮਜ਼ਦੂਰ ਹੈ ਜਾਂ ਕਿਸਾਨ ਹੈ ਜਾਂ ਗਰੀਬ ਲੋਕ ਹੈ, ਉਹ ਅੱਜ ਜ਼ਰੂਰ ਕਾਮਯਾਬ ਹੋਣਗੇ, ਕਿਉਂਕਿ ਉਹਨਾਂ ਨੂੰ ਆਪਣੇ ਹੱਕਾਂ ਦਾ ਪਤਾ ਲੱਗ ਗਿਆ ਤੇ ਉਹ ਹੱਕ ਆਪਣੇ ਜੇ ਸਰਕਾਰਾਂ ਨਹੀਂ ਦੇਣਗੀਆਂ ਤਾਂ ਉਹ ਖੋਹ ਲੈਣਗੇ। ਇਹ ਪ੍ਰਗਤੀਵਾਦ ਦਾ ਸਿਖਰ ਕਿਹਾ ਜਾ ਸਕਦਾ ਹੈ। ਕਿੱਕਰਾ ਵੇ ਕੰਡਿਆਲਿਆ ਉੱਤੋਂ ਚੜਿਆ ਮਾਘ, ਕਰਨ ਸਵਾਰੀ ਸਮੇਂ ਤੇ ਫੜਨ ਸਮੇਂ ਦੀ ਬਾਗ। ਹੁਣ ਸਮੇਂ ਨੂੰ ਆਪਣੇ ਅਧੀਨ ਲੈ ਕੇ ਲੋਕ ਤੁਰ ਪਏ ਆ, ਲੋਕਾਂ ਨੇ ਸਮੇਂ ਨੂੰ ਕਾਬੂ ਕਰ ਲਿਆ ਤੇ ਸਮੇਂ ਨੂੰ ਕਾਬੂ ਕਰਕੇ ਉਹਦੀ ਬਾਗ ਨੂੰ ਆਪਣੇ ਹੱਥਾਂ ਦੇ ਵਿੱਚ ਫੜ ਲਿਆ। ਲੋਕ ਆਪਣੇ ਸਮੇਂ ਨੂੰ ਆਪਣੇ ਮੁਤਾਬਕ ਚਲਾਉਣਗੇ ਔਰ ਜਿਹੜੀਆਂ ਸਰਕਾਰਾਂ ਹੈਗੀਆਂ ਸਾਮਰਾਜਵਾਦੀ ਸਰਕਾਰਾਂ ਜਾਂ ਜਿਹੜੀਆਂ ਦੁਖੀ ਕਰਨ ਵਾਲੀਆਂ ਸਰਕਾਰਾਂ, ਲੋਕਾਂ ਦੇ ਹੱਕ ਖੋਹਣ ਵਾਲੀਆਂ ਸਰਕਾਰਾਂ, ਉਹਨਾਂ ਨੂੰ ਉਹ ਸਬਕ ਜ਼ਰੂਰ ਸਿਖਾਉਣਗੇ। ਕਿੱਕਰਾ ਵੇ ਕੰਡਿਆਲਿਆ ਫੱਗਣ ਚੜਿਆ ਆਣ, ਲੋਕਾਂ ਦੇ ਇਸ ਯੁੱਗ ਵਿੱਚ ਲੋਕ ਚੜਨ ਪ੍ਰਵਾਨ। ਕਹਿੰਦੇ ਵੀ ਹੁਣ ਆਉਣ ਵਾਲਾ ਟਾਈਮ ਹੈ ਜਿਹੜਾ ਲੋਕਾਂ ਦਾ ਹੋਊਗਾ ਤੇ ਲੋਕ ਆਪਣੇ ਹੱਕ ਖੁਦ ਲੈਣਗੇ ਤੇ ਆਪਣੇ ਮਰਜ਼ੀ ਦੇ ਜਿਹੜੇ ਫੈਸਲੇ ਆ ਉਹ ਅੱਗੇ ਸਮਾਜ ਦੇ ਵਿੱਚ ਲਾਗੂ ਕਰਨਗੇ। ਸਰਕਾਰਾਂ ਹੁਣ ਕੁਝ ਨਹੀਂ ਕਰ ਪਾਉਣਗੀਆਂ ਜੇਕਰ ਲੋਕ ਇਕੱਠੇ ਹੋ ਕੇ ਆਪਣੇ ਹੱਕਾਂ ਦੇ ਲਈ ਲੜਨ ਲੱਗ ਜਾਣਗੇ। ਫੱਗਣ ਚੜਿਆ ਆਣ, ਲੋਕਾਂ ਦੇ ਇਸ ਯੁੱਗ ਵਿੱਚ ਲੋਕ ਚੜਨ ਪ੍ਰਵਾਨ। ਸੋ ਵਿਦਿਆਰਥੀਓ, ਇਸ ਤਰ੍ਹਾਂ ਦੇ ਨਾਲ ਤੁਹਾਡੀਆਂ ਜਿਹੜੀਆਂ ਦੋ ਕਵਿਤਾਵਾਂ ਸੀਗੀਆਂ, ਇਹਨਾਂ ਦੀ ਗੱਲ ਆਪਾਂ ਇੱਥੇ ਖਤਮ ਕਰਦੇ ਹਾਂ। ਇਹਨਾਂ ਦੋਨਾਂ ਕਵਿਤਾਵਾਂ ਦੇ ਵਿੱਚ ਸਰਲ ਅਰਥ ਵੀ ਆ ਸਕਦੇ ਆ ਔਰ ਇਹਨਾਂ ਦੇ ਵਿੱਚ ਛੋਟੇ ਪ੍ਰਸ਼ਨਾਂ ਦੇ ਉੱਤਰ ਵੀ ਪੁੱਛੇ ਜਾ ਸਕਦੇ ਆ। ਵੀ ਜਿਹੜੀ ਕਿੱਕਰਾ ਵੇ ਕੰਡਿਆਲਿਆ ਕਵਿਤਾ ਦੇ ਵਿੱਚ ਜਿਹੜੀ ਹੈਗੀ ਹੈ, ਇਹਦੇ ਵਿੱਚ ਕਿਸ ਤਰ੍ਹਾਂ ਦਾ ਵਿਸ਼ਾ ਲਿੱਤਾ ਗਿਆ ਹੈ ਜਾਂ ਲੋਕ ਪੀੜਾ ਦੇ ਵਿੱਚ ਕਿਸ ਤਰ੍ਹਾਂ ਦਾ ਤੁਹਾਡਾ ਵਿਸ਼ਾ ਲਿੱਤਾ ਗਿਆ ਹੈ, ਇਹਨਾਂ ਬਾਰੇ ਛੋਟੇ ਕੁਐਸਚਨ ਵੀ ਆ ਸਕਦੇ ਆ ਔਰ ਇਹਨਾਂ ਬਾਰੇ ਲੰਬੇ ਸਾਰ ਵੀ ਪੁੱਛਿਆ ਜਾ ਸਕਦਾ ਹੈ। ਅੰਮ੍ਰਿਤਾ ਪ੍ਰੀਤਮ ਦੇ ਕਾਬਲ ਸਿੰਘ ਰਹਿਣ ਦੀ ਗੱਲ, ਅੰਮ੍ਰਿਤਾ ਪ੍ਰੀਤਮ ਦੇ ਪੰਜਾਬੀ ਸਾਹਿਤ ਨੂੰ ਦੇਣ ਦੇ ਵਿੱਚ ਕਿ ਪੰਜਾਬੀ ਸਾਹਿਤ ਨੂੰ ਕੀ ਯੋਗਦਾਨ ਦਿੱਤਾ ਹੈ ਉਹਨਾਂ ਨੇ, ਉਹਦੇ ਬਾਰੇ ਗੱਲ ਪੁੱਛੀ ਜਾ ਸਕਦੀ ਹੈ। ਅੰਮ੍ਰਿਤਾ ਪ੍ਰੀਤਮ ਨੂੰ ਕਿਹੜੇ ਇਨਾਮ ਮਿਲੇ ਹੈ, ਉਹਦੇ ਬਾਰੇ ਗੱਲ ਪੁੱਛੀ ਜਾ ਸਕਦੀ ਹੈ। ਸੋ ਇੱਥੇ ਆਪਾਂ ਅੱਜ ਗੱਲ ਖਤਮ ਕਰਦੇ ਹਾਂ। ਅਗਲੀ ਗੱਲ ਆਪਾਂ ਅਗਲੇ ਲੈਕਚਰਾਂ ਦੇ ਵਿੱਚ ਕਰਾਂਗੇ।